हाँ जी बेटे गुनीत। उन्होंने बोस्टन विच ही निगम स्कूल ਤੋਂ 12ਵੀਂ ਜਮਾਤ ਪਾਸ ਕੀਤੀ। ਸਾਇੰਸ ਅਤੇ ਹਿਸਾਬ ਵਿੱਚੋਂ ਚੰਗੇ ਨੰਬਰ ਲੈ ਕੇ ਉਹ ਚੋਟੀ ਦੇ ਬੱਚਿਆਂ ਵਿੱਚੋਂ ਇੱਕ ਸੀ। 1983 ਈਸਵੀ ਵਿੱਚ ਉਹ ਅਮਰੀਕੀ ਨੇਵਲ ਅਕੈਡਮੀ ਵਿੱਚ ਦਾਖਲ ਹੋ ਗਈ। ਇੱਥੇ ਹੀ ਉਸਨੇ 1987 ਈਸਵੀ ਵਿੱਚ BSc ਪਾਸ ਕੀਤੀ। यस ਤੇ ਵਿੱਚ ਭਰਤੀ ਹੋ ਗਈ। वेरी गुड। ਇਸ ਸਾਲ ਉਹਨਾਂ ਨੇ MSc ਕਰ ਲਈ ਅਤੇ ਹੈਲੀਕਾਪਟਰ ਇੰਸਟ੍ਰਕਟਰ ਬਣ ਗਏ। वेरी गुड वेरी गुड। ਇੱਥੋਂ ਤੱਕ ਆਪਾਂ ਸੁਨੀਤਾ ਵਿਲੀਅਮਸ ਦੇ ਜੀਵਨ ਬਾਰੇ ਪੜ੍ਹ ਲਿਆ ਹੋਇਆ ਕਿ ਉਹਨਾਂ ਦਾ ਜਨਮ ਤੇ ਬਚਪਨ ਔਰ ਉਸ ਤੋਂ ਬਾਅਦ ਉਹਨਾਂ ਦੀ ਐਜੂਕੇਸ਼ਨ ਕੁਆਲੀਫਿਕੇਸ਼ਨ BSc ਕੀਤੀ, ਫਿਰ MSc ਕੀਤੀ, ਫਿਰ ਉਹਨਾਂ ਨੂੰ ਹੈਲੀਕਾਪਟਰ ਇੰਸਟ੍ਰਕਟਰ ਦੀ ਕੀ ਮਿਲ ਗਈ, ਹੈਲੀਕਾਪਟਰ ਇੰਸਟ੍ਰਕਟਰ ਦੀ ਉਹਨਾਂ ਨੂੰ ਨੌਕਰੀ ਮਿਲੀ ਹੈ, ਜਿਹਦੇ ਵਿੱਚ ਉਹਨਾਂ ਨੇ ਵੱਖ-ਵੱਖ ਕਿਸਮਾਂ ਦੇ ਜਹਾਜ਼ ਕਿੰਨੇ ਘੰਟੇ ਵਿੱਚ 2770 2770 ਘੰਟਿਆਂ ਵਿੱਚ ਉਡਾਉਣ ਦਾ ਰਿਕਾਰਡ ਥੋੜੇ ਜਿਹੇ ਸਮੇਂ ਵਿੱਚ ਹੀ ਬਣਾ ਲਿਆ। ਬਿਲਕੁਲ ਹੀ ਥੋੜੇ ਜਿਹੇ ਸਮੇਂ ਵਿੱਚ ਹੀ ਬਣਾ ਲਿਆ। ਇਸ ਦੌਰਾਨ ਉਹਨਾਂ ਨੇ ਕਿਹੜੀ ਡਿਗਰੀ ਹਾਸਲ ਕਰ ਲਈ? MSc ਦੀ ਡਿਗਰੀ ਹਾਸਲ ਕੀਤੀ। ਇਸ ਸਮੇਂ ਉਹ ਕਿਹੜੀ ਨੈਵਲ ਅਕੈਡਮੀ ਦੇ ਇੱਕ ਜਮਾਤੀ ਮਿਸ਼ੈਲ ਵਿਲੀਅਮਸ ਨਾਲ ਉਹਨੇ ਵਿਆਹ ਕਰਵਾ ਲਿਆ ਤੇ ਕੀ ਬਣ ਗਈ? ਸੁਨੀਤਾ ਵਿਲੀਅਮਸ ਬਣ ਗਈ। ਹੁਣ ਅੱਗੇ ਰੀਡਿੰਗ ਕਰੋ ਬੇਟੇ। कौन करेगा रीडिंग? रेज योर हैंड्स। नेक्स्ट रीडिंग करो, आप फिर क्वेश्चन आंसर करिए। जेडे बच्चों की लास्ट वीक रीडिंग हो गई है, अनमोल करेगा हुन रीडिंग। अनमोल एंड जैलशवी। हरमन ने भी रीडिंग कर ली। हाँ जी बेटे अनमोल करो बेटे अगे रीडिंग। यस जो तुहाडी क्लास रीडिंग है और जो तुसी ਉਹਦੇ ਨਾਲ ਰਿਲੇਟਡ ਕੁਐਸਚਨ ਆਨਸਰ ਸੁਣਾਉਂਦੇ ਹੋ ਤੁਹਾਡੀ ਸਪੀਕਿੰਗ ਸਕਿੱਲ ਦਾ ਪਾਰਟ ਹੈ। ਯੈਸ ਬੱਚੇ ਅਨਮੋਲ हम लास्ट पैराग्राफ तो शुरू करनी ना। हाँ जी बेटे 98 पे ते लास्ट पैरा। यस बच्चे 1995 1995 ਵਿੱਚ ਉਹ ਇੱਕ ਹੈਲੀਕਾਪਟਰ ਲੈ ਕੇ ਅਮਰੀਕੀ ਪੁਲਾੜ ਕੇਂਦਰ ਨੈਸ਼ਨਲ ਐਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਨੈਸ਼ਨਲ एरोनॉटिक्स एरोनॉटिक्स स्पेलिंग देख लो नेशनल एरोनॉटिक्स एंड स्पेस एडमिनिस्ट्रेशन स्पेस एंड इनू याद करना पैना एंड स्पेस एडमिनिस्ट्रेशन की लिखना बेटे एडमिनिस्ट्रेशन एडमिनिस्ट्रेशन। ठीक है बच्चे चलो नेक्स्ट। ਉਸਨੇ ਜਾਨ ਜੰਗ ਨਾਂ ਦੇ ਪੁਲਾੜ ਯਾਤਰੀ ਦਾ ਭਾਸ਼ਣ ਸੁਣਿਆ। ਉਸਨੇ ਦੱਸਿਆ ਕਿ ਪੁਲਾੜ ਯਾਤਰੀ ਦੀ ਟ੍ਰੇਨਿੰਗ ਵਜੋਂ ਉਸ ਨੂੰ ਹੈਲੀਕਾਪਟਰ ਚਲਾਉਣਾ ਸਿੱਖਣਾ ਪਿਆ ਸੀ। ਇਹ ਉਸ ਦੀ ਟ੍ਰੇਨਿੰਗ ਦਾ ਲਾਜ਼ਮੀ ਹਿੱਸਾ। क्यों हेलीकॉप्टर चलाना सीखना पिया सी बेटे? क्यों सीखना पिया बेटे? ਪੁਲਾੜ ਯਾਤਰੀ ਦੀ ਟ੍ਰੇਨਿੰਗ ਵਜੋਂ। ਪੁਲਾੜ ਯਾਤਰੀ ਦੀ ਟ੍ਰੇਨਿੰਗ ਜਦੋਂ ਲੈਣੀ ਹੈ ਤਾਂ ਉਹਦੇ ਵਿੱਚ ਸਭ ਤੋਂ ਪਹਿਲਾ ਕੰਮ ਕੀ ਕਰਨਾ ਹੈ? ਹੈਲੀਕਾਪਟਰ ਸਿੱਖਣਾ। ਔਰ ਹੈਲੀਕਾਪਟਰ ਸਿੱਖਦਿਆਂ ਉਹਨੇ ਤਾਂ ਵੱਖ-ਵੱਖ ਕਿਸਮਾਂ ਦੇ 30 ਜਹਾਜ਼ਾਂ ਨੂੰ 2770 ਘੰਟਿਆਂ ਦੇ ਜਿਹੜਾ ਰਿਕਾਰਡ ਸੀ ਉਹਨੂੰ ਥੋੜੇ ਸਮੇਂ ਵਿੱਚ ਹੀ ਕਵਰ ਕਰ ਲਿਆ ਸੀ। ਇਹ ਉਹਦੀ ਖਾਸੀਅਤ ਰਹੀ ਹੈ। ਇੱਕ ਡਿਟਰਮੀਨੇਸ਼ਨ ਹੁੰਦਾ ਕਿ ਆਪਾਂ ਇਸ ਸਾਡੀ ਜ਼ਿੰਦਗੀ ਦਾ ਇਹ ਪਰਪਸ ਹੈ, ਇਸ ਪਰਪਸ ਨੂੰ ਪੂਰਾ ਕਰਨ ਲਈ ਅਸੀਂ ਲਗਾਤਾਰ ਮਿਹਨਤ ਕਰਨੀ ਹੈ, ਉਸ ਪਰਪਸ ਤੇ ਅਸੀਂ ਫੋਕਸ ਕਰਨਾ। ਔਰ ਸਟੂਡੈਂਟ ਲਾਈਫ ਵਿੱਚ ਸਾਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਮਿਲਦੀ ਹੈ ਕਿ ਅਸੀਂ ਸਟੂਡੈਂਟ ਲਾਈਫ ਵਿੱਚ ਆਪਣੀ ਸਟੱਡੀ ਨੂੰ ਬੜੇ ਧਿਆਨ ਨਾਲ ਕਲਾਸ ਵਿੱਚ ਅਟੈਂਟਿਵ ਹੋ ਕੇ ਰੈਗੂਲਰ टाइमली क्लास ज्वाइन करनी है। हुण बहुत सारे बच्चे टाइमली क्लास ही नहीं ज्वाइन करते, फिर बहुत सारे बच्चे रेगुलर नहीं है क्लास विच। देखो 51 बच्चों दे विचों स्टूडेंट्स दे विचों 29 दी अज अटेंडेंस है। नॉट अ गुड साइन ना बच्चे। फिर आप अपने परपस विच किवें सक्सेसफुल रहना? जे आप रेगुलर नहीं हाँ,
ਆਪਾਂ ਪੰਕਚੁਅਲ ਨਹੀਂ ਆ, ਠੀਕ ਹੈ, ਉਹਦਾ ਲਾਸ ਤਾਂ ਆਪਾਂ ਨੂੰ ਹੋਣਾ ਹੀ ਹੈ ਤੇ ਉਦਾਂ ਦੀ ਆਊਟਪੁੱਟ ਰਹੇਗੀ ਆਪਣੀ। ਇਹ ਆਪਾਂ ਨੂੰ ਕਿਹਦੇ ਤੋਂ ਪ੍ਰੇਰਨਾ ਮਿਲਦੀ ਹੈ? ਜਦੋਂ ਆਪਾਂ ਗ੍ਰੇਟ ਪਰਸਨੈਲਿਟੀਜ਼ ਦਾ ਜੀਵਨ ਪੜ੍ਹਦੇ ਹਾਂ। ਜਿਵੇਂ ਸੁਨੀਤਾ ਵਿਲੀਅਮਸ ਦੇ ਕਿੰਨੀਆਂ ਕੁਆਲਿਟੀਜ਼ ਹੈ, ਮਿਹਨਤੀ ਹੈ, ਨਿਮਰ ਹੈ, ਆਪਣੇ ਕੰਮ ਤੇ ਫੋਕਸ ਕਰਦੀ ਹੈ, ਠੀਕ ਹੈ, ਟਾਈਮ ਦੀ ਵੇਸਟੇਜ ਨਹੀਂ ਹੈ ਲਾਈਫ 'ਚ। ਇਹ ਸਭ ਕੁਝ ਕੁਆਲਿਟੀਜ਼ ਹੁੰਦੀਆਂ ਨੇ ਜਿਹੜੀਆਂ ਕਿ ਬੱਚੇ ਸਟੂਡੈਂਟ ਲਾਈਫ ਵਿੱਚ ਹੀ ਆਪਣਾ ਸਟੂਡੈਂਟ ਲਾਈਫ 'ਚ ਇਹਨਾਂ ਕੁਆਲਿਟੀਜ਼ ਨੂੰ ਅਪਣਾਉਂਦੇ ਨੇ ਤੇ ਇੱਕ ਆਦਰਸ਼ ਵਿਦਿਆਰਥੀ ਮੰਨੇ ਜਾਂਦੇ ਨੇ। ਆਦਰਸ਼ ਵਿਦਿਆਰਥੀ ਦੇ ਗੁਣ ਹੀ ਇਹ ਨੇ ਕਿ ਪੰਕਚੁਅਲਿਟੀ ਹੋਣੀ ਜ਼ਰੂਰੀ ਹੈ, ਸਕੂਲ ਦੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਅਪਣਾਉਣਾ ਜ਼ਰੂਰੀ ਹੈ, ਨਿਮਰ ਸੁਭਾਅ ਵਾਲੇ, ਮਿਹਨਤੀ, ਵਿਦਿਆ ਦਾ ਅਧਿਐਨ ਕਰਨਾ, ਕਰਦੇ ਰਹਿਣਾ, ਲਰਨਿੰਗ, ਸਾਰੀ ਜ਼ਿੰਦਗੀ ਆਪਾਂ ਸਿੱਖਣਾ ਹੈ। ਚਲੋ ਨੈਕਸਟ ਬੇਟੇ, ਨੈਕਸਟ ਅਨਮੋਲ। ਇਹ ਉਸ ਦੀ ਟ੍ਰੇਨਿੰਗ ਦਾ ਲਾਜ਼ਮੀ ਹਿੱਸਾ ਸੀ। Yes. ਸੁਨੀਤਾ ਨੇ ਸੋਚਿਆ ਕਿ ਉਹ ਤਾਂ ਹੈਲੀਕਾਪਟਰ ਚਲਾਉਣ ਦੀ ਮਾਹਿਰ ਹੈ। ਮੈਂ ਹਾਂ, ਉਹ ਕਿਉਂ ਤਾਂ ਨਹੀਂ ਹੈਲੀਕਾਪਟਰ ਪਲਾਟ ਚਲਾਉਣ ਦੀ ਵਿੱਚ ਮਾਹਿਰ ਹੋ ਗਈ ਸੀ। ਮਾਹਿਰ ਦਾ ਮਤਲਬ ਕੀ ਹੁੰਦਾ? ਐਕਸਪਰਟ ਹੋ ਗਈ ਹੈ, ਉਹਨੇ ਨਿਪੁੰਨਤਾ ਹਾਸਲ ਕਰ ਲਈ ਹੈ ਹੈਲੀਕਾਪਟਰ ਚਲਾਉਣ ਦੇ ਵਿੱਚ। ਯੈਸ। ਮੈਂ ਕਿਉਂ ਨਹੀਂ ਪਲਾਟ ਵਿੱਚ ਉੱਡ ਸਕਦੀ? ਬਸ ਉਸਨੇ ਨਾਸਾ ਨੂੰ ਅਰਜ਼ੀ ਭੇਜ ਦਿੱਤੀ। ਪਹਿਲੀ ਵਾਰ ਤਾਂ ਨਹੀਂ, ਦੂਜੀ ਵਾਰ 1998 ਵਿੱਚ ਨਾਸਾ ਨੇ ਉਸ ਨੂੰ ਪਲਾਟ ਵਿੱਚ ਭੇਜੇ ਜਾਣ ਲਈ ਟ੍ਰੇਨਿੰਗ ਵਾਸਤੇ ਚੁਣ ਲਿਆ। ਯੈਸ, ਵੈਰੀ ਗੁੱਡ। 8 ਸਾਲ ਦੀ ਸਖਤ ਟ੍ਰੇਨਿੰਗ ਉਪਰੰਤ ਉਸ ਨੂੰ ਅੰਤਰਰਾਸ਼ਟਰੀ ਪੁਲਾੜੀ ਸਟੇਸ਼ਨ ਉੱਤੇ 7 ਮੈਂਬਰੀ ਟੀਮ ਨਾਲ 9 ਦਸੰਬਰ 2006 ਈਸਵੀ ਨੂੰ ਡਿਸਕਵਰੀ ਨਾਂ ਦੇ ਪੁਲਾੜ ਜਹਾਜ਼ ਵਿੱਚ ਅੰਬਰਾਂ ਦੀ ਉਡਾਰੀ ਭਰਨ ਲਈ ਭੇਜ ਦਿੱਤਾ ਗਿਆ। ਅੰਬਰਾਂ ਦੀ ਉਡਾਰੀ ਲਗਾਈ ਹੈ ਉਹਨੇ, ਫਿਰ ਜਿੱਥੇ ਉਹਦਾ ਨਾਮ ਹੈ, ਜਿਹੜਾ ਨੇਮ ਐਂਡ ਫੇਮ ਉਹਨੇ ਖੱਟਿਆ, ਜਿਸ ਕਰਕੇ ਉਸ ਦਾ ਨਾਮ ਦੇਸ਼ ਵਿੱਚ ਬੜੇ ਮਾਣ ਨਾਲ ਲਿਆ ਜਾਂਦਾ, ਅੰਬਰਾਂ ਦੀ ਉਡਾਰੀ। ਉਹਦਾ ਜ਼ਿੰਦਗੀ ਦਾ ਮਕਸਦ ਹੀ ਸੀ ਕਿ ਮੈਂ ਅੰਬਰਾਂ 'ਚ ਉਡਾਰੀ ਮਾਰਨੀ, ਮੀਨਸ ਪੁਲਾੜ ਵਿੱਚ ਪਹੁੰਚਣਾ। ਪੁਲਾੜ ਵਿੱਚ ਕੀ ਹੈ? ਪੁਲਾੜ ਕੀ ਹੈ? ਖਲਾ ਹੈ, ਸਪੇਸ ਹੈ, ਜਿੱਥੇ ਜਾ ਕੇ ਅਸੀਂ ਪੂਰੀ ਧਰਤੀ ਦਾ ਅਧਿਐਨ ਕਰਦੇ ਹਾਂ, ਬਰੀਕੀਆਂ, ਧਰਤੀ ਦੀਆਂ ਬਰੀਕੀਆਂ ਦਾ ਖੋਜਾਂ ਕਰਨੀਆਂ। ਉਹ ਕੰਮ ਕਿਹਦੇ ਹਿੱਸੇ ਆਇਆ? ਕਲਪਨਾ ਚਾਵਲਾ ਤੋਂ ਬਾਅਦ ਸੁਨੀਤਾ ਵਿਲੀਅਮਸ ਨੂੰ ਇਹ ਸੁਭਾਗ ਪ੍ਰਾਪਤ ਹੋਇਆ ਕਿ ਉਹ ਪੁਲਾੜ ਯਾਤਰੀ ਬਣੀ ਹੈ। ਤੇ ਤਾਂ ਸਾਡੇ ਦੇਸ਼ ਦੇ ਲਈ ਬੜੀ ਮਾਣ ਵਾਲੀ ਗੱਲ ਹੈ। ਔਰ ਇਸੇ ਕਰਕੇ ਆਪਾਂ ਕਹਿੰਦੇ ਹਾਂ ਕਿ ਜਿਹੜੀਆਂ ਕੁੜੀਆਂ ਨੇ ਉਹ ਮੁੰਡਿਆਂ ਨਾਲੋਂ ਪਿੱਛੇ ਨਹੀਂ ਹਨ। ਹਰ ਫੀਲਡ ਦੇ ਵਿੱਚ, ਹਰ ਖੇਤਰ ਦੇ ਵਿੱਚ ਪੁਲਾਂਘਾਂ ਪੁੱਟ ਰਹੀਆਂ ਨੇ। ਇਹ ਐਗਜ਼ਾਮਪਲ ਨੇ ਸਾਡੇ ਸਾਹਮਣੇ, ਸੁਨੀਤਾ ਵਿਲੀਅਮ, ਕਲਪਨਾ ਚਾਵਲਾ। ਯੈਸ। ਤਕਰੀਬਨ 350 ਕਿਲੋਮੀਟਰ ਦੀ ਉਚਾਈ ਉੱਤੇ ਅੰਬਰਾਂ ਵਿੱਚ ਘੁੰਮ ਰਿਹਾ ਇਹ ਪੁਲਾੜੀ ਸਟੇਸ਼ਨ ਮਨੁੱਖਤਾ ਦੀ ਭਲਾਈ ਅਤੇ ਪੁਲਾੜੀ ਖੋਜ ਬਾਰੇ ਨਵੇਂ ਤਜਰਬੇ ਕਰ ਰਿਹਾ ਹੈ। ਯੈਸ। ਵਿਸ਼ਾ ਕੀ ਸੀ ਇਹਨਾਂ ਦਾ? ਜਿਹੜਾ ਪੁਲਾੜ ਵਿੱਚ ਇਹ ਗਿਆ ਹੈ, ਸੁਨੀਤਾ ਵਿਲੀਅਮਸ ਨੇ, ਜਿਹਨੇ ਡਿਸਕਵਰੀ ਨਾਂ ਦੇ ਪੁਲਾੜੀ ਜਹਾਜ਼ ਵਿੱਚ, ਜਹਾਜ਼ ਦਾ ਨਾਮ ਲਿਖ ਲਓ, ਡਿਸਕਵਰੀ ਨਾਂ ਦੇ, ਡਿਸਕਵਰੀ ਨਾਂ ਦੇ ਇਹ ਪੁਲਾੜੀ ਜਹਾਜ਼ ਹੈ। ਪੁਲਾੜੀ ਜਹਾਜ਼ ਕਦੋਂ ਗਈ ਹੈ? ਇਹ ਅੰਬਰਾਂ ਵਿੱਚ ਕਦੋਂ ਉਡਾਰੀ ਲਾਈ ਹੈ? 9 ਦਸੰਬਰ 2006। ਸਾਰੇ 1 ਮਾਰਕ ਕੁਐਸਚਨ ਨੇ। 9 ਦਸੰਬਰ 2006। ਯੈਸ, 9 ਦਸੰਬਰ 2006 ਨੂੰ। ਯੈਸ ਬੱਚੇ। ਸੁਨੀਤਾ ਨੇ ਇਸ ਪੁਲਾੜੀ ਸਟੇਸ਼ਨ ਦੀ ਸਾਂਭ ਸੰਭਾਲ ਤੇ ਤਜਰਬਿਆਂ ਦੇ ਖੇਤਰ ਚਲੋ ਵਿੱਚ ਹੁਣ ਬੜਾ ਹਿਮਾਂਸ਼ੀ ਕੰਮ ਕਰੇਗੀ। ਕੀਤਾ ਹੈ। ਯੈਸ ਬੇਟੇ, ਬਹੁਤ ਅੱਛੀ ਰੀਡਿੰਗ ਕੀਤੀ ਤੁਸੀਂ। ਇਹ ਤੁਹਾਡੀ ਸਪੀਕਿੰਗ ਸਕਿੱਲ ਦਾ ਹੀ ਪਾਰਟ ਹੈ, ਤੁਹਾਡੀ ਇੰਟਰਨਲ ਅਸੈਸਮੈਂਟ ਦਾ। ਹਾਂਜੀ ਹਿਮਾਂਸ਼ੀ, ਅਨਮਿਊਟ ਯੋਰਸੈਲਫ ਹਿਮਾਂਸ਼ੀ। ਯੈਸ ਮੈਮ। ਹਾਂਜੀ ਬੇਟੇ, ਹੁਣ ਪੈਰਾ ਅਗਲਾ ਸਟਾਰਟ ਕਰੋ। ਸੁਨੀਤਾ ਨੇ ਇਸ ਪੁਲਾੜੀ ਸਟੇਸ਼ਨ ਦੀ ਸਾਂਭ ਸੰਭਾਲ ਤੇ ਤਜਰਬਿਆਂ ਦੇ ਖੇਤਰ ਵਿੱਚ ਖਾਤਰ ਨਹੀਂ ਹੈ ਬੇਟੇ, ਖੇਤਰ ਵਿੱਚ ਬੜਾ ਕੰਮ ਕੀਤਾ ਹੈ। ਉਸਨੇ 1950 ਦਿਨ ਪੁਲਾੜ ਵਿੱਚ ਰਹੀ ਕੇ ਨਵਾਂ ਰਿਕਾਰਡ ਬਣਾਇਆ ਹੈ। ਕਿਸੇ ਵੀ ਇਸਤਰੀ ਦੁਆਰਾ ਪੁਲਾੜ ਵਿੱਚ ਗੁਜ਼ਾਰਿਆ ਇਹ ਸਭ ਤੋਂ ਵੱਧ ਸਮਾਂ ਹੈ। ਉਸਨੇ 4 ਵਾਰ ਪੁਲਾੜੀ ਜਹਾਜ਼ ਤੋਂ ਬਾਹਰ ਨਿਕਲ ਕੇ ਕੰਮ ਕੀਤਾ ਹੈ। ਕਹਿੰਦੇ 4 ਵਾਰ ਉਹਨੇ ਪੁਲਾੜੀ ਜਹਾਜ਼ ਤੋਂ ਬਾਹਰ ਨਿਕਲ ਵੀ ਕੰਮ ਕੀਤਾ। ਇਹ ਕੋਈ ਸੌਖਾ ਕੰਮ ਨਹੀਂ ਹੈ, ਖਤਰੇ ਵਾਲੀ ਗੱਲ ਹੈ, ਪਰ ਉਸਨੇ ਕੀਤਾ ਕਿਉਂਕਿ ਉਹਨੇ ਇੱਕ
ਆਪਣਾ ਪਰਪਸ ਜ਼ਿੰਦਗੀ ਦਾ ਮੰਨ ਲਿਆ ਤੇ ਉਸ ਪਰਪਸ ਤੱਕ ਪਹੁੰਚਣਾ ਹੈ, ਉਸ ਨੂੰ ਆਪਣੇ ਇਸ ਪ੍ਰੋਜੈਕਟ ਨੂੰ ਕੰਪਲੀਟ ਕਰਨਾ ਹੈ। ਇਹਨੂੰ ਕੀ ਕਹਿੰਦੇ ਆ? ਸਪੇਸ ਵਾਕਿੰਗ। ਸਪੇਸ ਦੇ ਵਿੱਚ ਵਾਕਿੰਗ ਕਰਨੀ, ਸਪੇਸ ਦੇ ਵਿੱਚ ਚਲਦੇ ਫਿਰਦੇ ਖੋਜਾਂ ਕਰਨੀਆਂ, ਸਪੇਸ ਵਾਕਿੰਗ ਕਹਿੰਦੇ ਹਨ। ਹੁਣ 1ਵਾਂ ਕੁਐਸਚਨ ਬਣੇਗਾ, ਸਪੇਸ ਵਾਕਿੰਗ ਕਿਸ ਨੂੰ ਕਹਿੰਦੇ ਨੇ? ਪੁਲਾੜ ਯਾਤਰਾ ਦੇ ਦੌਰਾਨ, ਪੁਲਾੜ ਯਾਤਰਾ ਤੋਂ ਬਾਹਰ ਆ ਕੇ, ਪੁਲਾੜੀ ਜਹਾਜ਼ ਤੋਂ ਬਾਹਰ ਆ ਕੇ ਖੋਜਾਂ ਕਰਨੀਆਂ, ਉਹਨੂੰ ਕੀ ਕਹਿੰਦੇ ਆ? ਸਪੇਸ ਵਾਕਿੰਗ। ਯੈਸ ਬੇਟੇ। ਇਹ ਕਿਸੇ ਇਸਤਰੀ ਵੱਲੋਂ ਸਭ ਤੋਂ ਵੱਧ ਵਾਰ ਕੀਤੀ ਗਈ ਸਪੇਸ ਵਾਕਿੰਗ ਹੈ। ਉਸਨੇ 29 ਘੰਟੇ 17 ਮਿੰਟ ਸਪੇਸ ਲੋ ਪੰਜਾਬੀ ਚ ਬੋਲੋ, 29 ਘੰਟੇ 17 ਮਿੰਟ। 29 ਘੰਟੇ 17 ਮਿੰਟ। ਯੈਸ। 29 ਘੰਟੇ 17 ਮਿੰਟ ਸਪੇਸ ਵਾਕਿੰਗ ਕਰਕੇ ਇਸ ਪੱਖੋਂ ਇੱਕ ਰਿਕਾਰਡ ਬਣਾਇਆ ਹੈ। ਵੈਰੀ ਗੁੱਡ। ਉਸਨੇ ਪੁਲਾੜੀ ਜਹਾਜ਼ ਵਿੱਚ ਲੱਗੀ ਟ੍ਰੇਡ ਮਿਲ ਉੱਤੇ ਹੀ ਦੌੜ ਕੇ ਧਰਤੀ ਉੱਤੇ ਹੋ ਰਹੀ ਬੋਸਟਨ ਮੈਰਾਥਨ ਦੌੜ ਵਿੱਚ ਮੈਰਾਥਨ ਦੌੜ ਵਿੱਚ ਹਿੱਸਾ ਲੈ ਕੇ ਵੀ ਇੱਕ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ। 4 ਰਿਕਾਰਡ ਬਣਾ ਕੇ, ਚਲੋ ਮੈਂ ਅੱਗੇ 4 ਰਿਕਾਰਡ ਬਣਾ ਕੇ, ਗੁੱਡ ਰੀਡਿੰਗ ਬੇਟੇ। ਅੱਗੇ ਆਪਾਂ ਕੰਪਲੀਟ ਕਰਕੇ ਕੁਐਸਚਨ ਆਂਸਰ ਕਰਦੇ ਹਾਂ। 4 ਰਿਕਾਰਡ ਬਣਾ ਕੇ ਸੁਨੀਤਾ 22 ਜੂਨ 2007 ਦੀ ਰਾਤ ਨੂੰ ਐਟਲਾਂਟਿਸ ਨਾਂ ਦੇ ਪੁਲਾੜੀ ਜਹਾਜ਼ ਰਾਹੀਂ ਧਰਤੀ ਉੱਤੇ ਵਾਪਸ ਪਰਤੀ। ਵਾਪਸ ਕਿਹੜੇ ਜਹਾਜ਼ ਰਾਹੀਂ ਪਰਤੀ ਹੈ? ਐਟਲਾਂਟਿਸ। ਐਟਲਾਂਟਿਸ ਮਤਲਬ ਗਈ ਕਿਹੜੇ ਜਹਾਜ਼ ਰਾਹੀਂ ਹੈ? ਡਿਸਕਵਰੀ। ਕਦੋਂ ਗਈ ਸੀ? 9 ਦਸੰਬਰ 2006 ਨੂੰ। ਤੇ ਵਾਪਸ ਕਦੋਂ ਪਰਤੀ ਹੈ? 22 ਜੂਨ 2007 ਨੂੰ। 22 ਜੂਨ ਮੀਨ 6 ਮੰਥ। ठीक है, 6 मंथ ये हो गए, 1 दिसंबर का मंथ हो गया। ठीक है, 7 मंथ तो बाद खोजा करके, विलक्षण प्राप्तियां करके ये धरती ते वापस परती है। भारतीय अमरीकी पुलाड़ विज्ञानी। ये भारतीय ते अमरीकी का की मतलब है? कोई दस सकता? भारतीय भी है ते अमरीकी भी है, वो किवें? यस बेटे, कोई बच्चा दसे वो भारतीय भी है ते अमरीकी भी है। हाँ जी अनमोल, वेरी गुड अनमोल। मैम ਜਿਹੜੇ ਉਸਦੇ ਪਿਤਾ ਜੀ ਸਨ ਉਹ ਭਾਰਤੀ ਡਾਕਟਰ ਸਨ ਅਤੇ ਸੁਨੀਤਾ ਵਿਲੀਅਮ ਦਾ ਜਨਮ ਅਮਰੀਕਾ ਵਿੱਚ ਹੋਇਆ ਸੀ। वेरी गुड। ਭਾਰਤੀ ਭਾਰਤੀ ਅਮਰੀਕੀ ਸੁਨੀਤਾ ਵਿਲੀਅਮਸ ਕਿਉਂ ਕਿਹਾ ਨਾਮ? ਕਿਉਂਕਿ ਉਹਨਾਂ ਦੇ ਪਿਤਾ ਜੀ ਕਿੱਥੋਂ ਦਾ ਜਨਮ ਹੋਇਆ ਉਹਨਾਂ ਦਾ? ਇੰਡੀਆ ਦੇ ਵਿੱਚ। ਤੇ ਜਿਹੜੀ ਆਪਣੀ ਸੁਨੀਤਾ ਹੈ ਉਸ ਦਾ ਜਨਮ ਕਿੱਥੇ ਹੋਇਆ? ਅਮਰੀਕਾ ਵਿੱਚ। ਜਦੋਂ ਉਹਨਾਂ ਦੇ ਪਿਤਾ ਉੱਥੇ ਪਹੁੰਚ ਕੇ ਯੂਕਲਿਡ ਦੇ ਵਿੱਚ, ਅਮਰੀਕਾ ਦੇ ਯੂਕਲਿਡ ਦੇ ਵਿੱਚ, ਉੱਥੇ ਉਹਨਾਂ ਦੀ ਮੈਰਿਜ ਹੋਈ ਹੈ। ਉੱਥੇ ਹੀ ਇਸ ਦਾ ਓਹਾਇਓ ਪ੍ਰਾਂਤ ਦੇ ਵਿੱਚ ਜਨਮ ਹੋਇਆ। ਇਸ ਕਰਕੇ ਇਸ ਦੇ ਨਾਂ ਨਾਲ ਭਾਰਤੀ ਅਮਰੀਕੀ ਲੱਗਿਆ। ਕਲੀਅਰ ਹੈ ਬੱਚੇ? ਭਾਰਤੀ ਅਮਰੀਕੀ ਪੁਲਾੜ ਵਿਗਿਆਨੀ ਸੁਨੀਤਾ ਵਿਲੀਅਮਸ ਨੂੰ ਆਪਣੀਆਂ ਵਿਲੱਖਣ ਪ੍ਰਾਪਤੀਆਂ ਕਰਕੇ ਭਾਰਤ ਦਾ ਸਰਵੋਤਮ ਸਿਵਿਲੀਅਨ ਪੁਰਸਕਾਰ पद्म भूषण प्रदान किया गया। सर्वोत्तम, सर्वोत्तम का की मतलब होता है? सब तो उत्तम। सर्वोत्तम, सर्वोत्तम सर्व अगेतर ला के पुरस्कार। केड़ा पुरस्कार? पद्म भूषण नाल इनू सन्मानित किया गया। क्यों सन्मानित किया गया? क्योंकि उहदियां प्राप्तियां अजिहियां सन, विलक्षण प्राप्तियां करके बहुत सारिया बिग अचीवमेंट्स एंड कंट्रीब्यूशंस अपने देश लई। सुनीता विलियम्स तो मानवता की भलाई लई, क्योंकि उन्हें जिहड़ी खोजां भी कीतियां ना मानवता की भलाई लई, मानवता का नुकसान ना होवे, मनुखता की भलाई लई पुलाड़ दे खोज खेतर विच होर वधेरे चंगियां संभावनावां दी आस है उहदे कोलों, क्योंकि वो सेफ धरती ते वापस परती है। गई कदों से? डिस्कवरी जहाज राही 9 दसंबर 2006 ਨੂੰ। ਵਾਪਸ ਕਦੋਂ ਪਰਤੀ ਹੈ? 22 ਜੂਨ 2007 ਨੂੰ। ਕਿਹੜੇ ਜਹਾਜ਼ ਰਾਹੀਂ? ਐਟਲਾਂਟਿਸ।
ਉਹਦੀਆਂ ਅਜਿਹੀਆਂ ਵਿਲੱਖਣ ਪ੍ਰਾਪਤੀਆਂ ਨੇ ਜਿਨ੍ਹਾਂ ਕਰਕੇ ਸਾਡੇ ਦੇਸ਼ ਨੂੰ ਬਹੁਤ ਮਾਣ ਹੈ। ਉਸ ਕਰਕੇ ਉਸ ਨੂੰ ਸਰਵੋਤਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹ ਸਰਵੋਤਮ ਪੁਰਸਕਾਰ ਕਿਹੜਾ ਸੀ? ਪਦਮ ਭੂਸ਼ਣ। ਠੀਕ ਹੈ ਬੱਚੇ, ਹੁਣ ਆਪਾਂ ਗੱਲ ਕਰੀਏ ਪਹਿਲਾਂ ਬੈਕ ਐਕਸਰਸਾਈਜ਼ ਕੁਐਸਚਨ ਦੀ, ਕਿਉਂਕਿ 1 ਮਾਰਕ ਕੁਐਸਚਨ ਉਹਨਾਂ ਵਿੱਚੋਂ ਹੀ ਨਿਕਲਨੇ ਬੈਕ ਐਕਸਰਸਾਈਜ਼ ਕੁਐਸਚਨ ਚ। ਬੀ ਰੈਡੀ ਟੂ ਗਿਵ ਅ ਆਂਸਰ। ਯੈਸ ਬੇਟੇ, ਬੀ ਰੈਡੀ। 1 by 1 raise your hands। फर्स्ट क्वेश्चन, गर्वित आनंद। ये नहीं है कि जेडे 5-6 बच्चे डेली पार्टिसिपेट करते हैं वही बच्चों की पार्टिसिपेशन होए, बाकी बच्चों की पार्टिसिपेशन भी मस्ट है, इंटरनल असेसमेंट का पार्ट है ये। ठीक है बच्चे। सुनीता विलियम्स के माता पिता का की नाम सी, वो मूल रूप में कित्थों के निवासी सन? बोलो बेटे फर्स्ट क्वेश्चन का आंसर। माता पिता का नाम? हाँ जी बच्चे, अक्षित, अक्षिता, मितुल। रेज योर हैंड्स बटे टू गिव आंसर। और जीवनी दे आंसर करने तो सब तो ईजी है। ਆਪਾਂ ਕਿਸੇ ਦੇ ਜੀਵਨ ਦੇ ਹੂਬਹੂ ਜਿਹੜੇ ਪੱਖ ਨੇ ਜਨਮ ਤੋਂ ਲੈ ਕੇ ਆਖਰੀ ਪੜਾਅ ਤੱਕ ਦੇ ਜਦ ਤੱਕ ਉਹਦੀਆਂ ਪ੍ਰਾਪਤੀਆਂ ਨੇ ਉਹ ਤੱਕ ਦੇ ਐਜ਼ ਇਟ ਇਜ਼ ਬੋਲਨੇ ਆ। ਆਪਣੇ ਕੋਲ ਤਾਂ ਇੱਕ ਲਾਈਨ ਲਿਖਣੀ ਨਹੀਂ, ਆਪਾਂ ਆਪਣੇ ਜੀਵਨ ਨੂੰ ਤਾਂ ਬਿਆਨ ਕਰਨਾ ਨਹੀਂ ਹੈ ਇੱਥੇ। ਆਪਾਂ ਤਾਂ ਸੁਨੀਤਾ ਵਿਲੀਅਮਸ ਦੇ ਜੀਵਨ ਬਾਰੇ ਗੱਲ ਕਰਨੀ, ਉਹ ਤਾਂ ਤੁਹਾਡੀ ਬੁੱਕ ਵਿੱਚ ਆਨਸਰ ਹੈ। ਜੋ ਲੈਸਨ ਤੁਸੀਂ ਪੜ੍ਹਿਆ ਹੈ ਉਹਦੇ ਅਕੋਰਡਿੰਗ ਆਨਸਰ ਕਰਨੇ ਤਾਂ ਕੋਈ ਮੁਸ਼ਕਿਲ ਹੀ ਨਹੀਂ ਹੈ ਬੱਚੇ। ਉਹੀ ਫੇਰ ਉਹੀ 5-6 ਬੱਚਿਆਂ ਦੀ ਪਾਰਟਿਸਿਪੇਸ਼ਨ ਲਈ ਹੱਥ ਖੜੇ ਹੋਏ ਨੇ, ਬਾਕੀ ਬੱਚੇ ਬੇਟੇ ਇਸ ਤਰ੍ਹਾਂ ਨਹੀਂ ਗੱਲ ਬਣਨੀ ਹੈਗੀ। ਹਾਂਜੀ ਬੱਚੇ ਬੋਲੋ ਬੇਟੇ ਦ੍ਰਿਸ਼ਟੀ। ਇਹਦਾ ਮਤਲਬ ਬਾਕੀ ਬੱਚਿਆਂ ਨੂੰ ਨੰਬਰ ਨਹੀਂ ਚਾਹੀਦੇ ਇੰਟਰਨਲ ਅਸੈਸਮੈਂਟ ਦੇ। ਦ੍ਰਿਸ਼ਟੀ, ਮਾਤਾ ਤੇ ਪਿਤਾ ਦਾ ਨਾਮ? ਸੁਨੀਤਾ ਵਿਲੀਅਮਸ ਦੇ ਪਿਤਾ ਦਾ ਨਾਮ ਡਾਕਟਰ ਦੀਪਕ ਬੰਦੇ ਸੀ ਅਤੇ ਮਾਤਾ ਦਾ ਨਾਮ ਬੋਨੀ ਉਰਸਲਿਨ ਜ਼ੁਲੋਕਰ ਸੀ। ਉਸਦੇ ਪਿਤਾ ਸੂਰਤ ਗੁਜਰਾਤ ਵਿੱਚ MBBS ਪਾਸ ਕਰਕੇ ਵਿਦੇਸ਼ਾਂ ਨੂੰ ਚੱਲ ਗਏ ਤੇ ਪਹਿਲਾਂ ਅੱਧਾ ਕੁ ਸਦੀ ਪਹਿਲਾਂ ਅਮਰੀਕਾ ਦੇ ਨਗਰ ਯੂਕਲਿਡ ਵਿੱਚ ਜਾ ਕੇ ਡਾਕਟਰੀ ਦਾ ਕੰਮ ਸ਼ੁਰੂ ਕੀਤਾ। ਤੇ ਉਹ ਬਸ ਬੇਟੇ ਇੱਥੋਂ ਤੱਕ ਹੀ ਦੇਣਾ, ਇੱਥੋਂ ਤੱਕ ਹੀ ਦੇਣਾ ਕਿ ਸੁਨੀਤਾ ਵਿਲੀਅਮਸ ਦੇ ਮਾਤਾ ਦਾ ਨਾਮ ਕੀ ਸੀ? ਬੋਨੀ ਉਰਸਾਲੀਨ। ਉਹ ਕਹਿੰਦੇ ਮਾਤਾ ਪਿਤਾ ਦਾ ਨਾਮ ਦੱਸਣਾ। ਮਾਤਾ ਦਾ ਨਾਮ ਬੋਨੀ ਉਰਸਾਲੀਨ ਜ਼ੁਲੋਕਰ ਅਤੇ ਪਿਤਾ ਦਾ ਨਾਮ ਡਾਕਟਰ ਦੀਪਕ ਪਾਂਡੇ। ਉਹਨਾਂ ਦੇ ਪਿਤਾ ਮੂਲ ਰੂਪ ਵਿੱਚ ਭਾਰਤ ਦੇ ਨਿਵਾਸੀ ਸਨ। ਕਿਉਂ? ਕਿਉਂਕਿ ਸੂਰਤ ਸ਼ਹਿਰ ਤੋਂ ਉਹਨਾਂ ਨੇ MBBS ਕੀਤੀ, ਕੁਝ ਸਮਾਂ ਭਾਰਤ ਰਹੇ, ਥੋੜੇ ਸਮੇਂ ਬਾਅਦ ਅਮਰੀਕਾ ਦੇ ਵਿੱਚ ਯੂਕਲਿਡ ਵਿਖੇ ਜਾ ਵਸੇ ਸਨ। ਇੱਥੋਂ ਤੱਕ ਆਨਸਰ। ਸੈਕਿੰਡ ਕੁਐਸਚਨ ਦਾ ਆਨਸਰ ਜੈਲੇਸ਼। ਸੈਕਿੰਡ ਕੁਐਸਚਨ ਦਾ ਆਨਸਰ ਬੋਲੋ ਬੇਟੇ। ਜੈਲੇਸ਼ਵੀਰ, जन्म कदों ते कित्थे होया ते किन्ने भैन भरा सन? नेक्स्ट पैरे च आंसर है। हाँ जी मैम, उसके माता के बारे में नहीं बताना कि वो कहाँ पे रहती थी? नहीं बेटे, बस इन्ना ही देना। कहते कित्थों दे निवासी सन? मूल रूप विच उन्हां दे पिता भारत दे निवासी सन। सूरत तो उन्होंने MBBS कीती सी। ठीक है बेटे? यस बोलो बच्चे। जैलेशवीर, सेकंड क्वेश्चन आंसर। सुनीता ਦਾ ਜਨਮ 1 ਸਤੰਬਰ 1965 ਈਸਵੀ ਨੂੰ ਯੂਕਲਿਡ ਓਹਾਈਓ ਵਿਖੇ ਹੋਇਆ। ਯਸ, ਉਸ ਦਾ ਇੱਕ ਭਰਾ ਤੇ ਇੱਕ ਭੈਣ ਉਸ ਤੋਂ ਵੱਡੇ ਸਨ। ਭਰਾ ਜੀ ਉਸ ਤੋਂ 4 ਸਾਲ ਤੇ ਭੈਣ ਦਿਨਾਂ ਵਿੱਚ 3 ਸਾਲ ਵੱਡੀ ਸੀ। ਸੁਨੀਤਾ ਆਪਣੇ ਸਾਰੇ ਪਰਿਵਾਰ ਦੀ ਸ਼ੁਰੂ ਤੋਂ ਹੀ ਕੀ ਹੈ? ਬਹੁਤ ਹੀ ਲਾਡਲੀ ਰਹੀ ਹੈ। ਇਹ ਅਗਲੇ ਕੁਐਸਚਨ ਦੀ ਪਹਿਲੀ ਲਾਈਨ ਬਣਨੀ ਹੈ। ਬਚਪਨ ਕਿਵੇਂ ਬਿਤਾਇਆ ਉਹਨੇ? ਜੇ ਆਪਾਂ ਬਚਪਨ ਦਾ ਵਰਣਨ ਕਰੀਏ ਤਾਂ ਸੁਨੀਤਾ ਵਿਲੀਅਮ ਦੇ ਜਨਮ ਬਾਰੇ ਕਲੀਅਰ ਹੋ ਗਿਆ। ਉਸ ਦਾ ਜਨਮ 1 ਸਤੰਬਰ 1965 ਨੂੰ ਯੂਕਲਿਡ ਵਿਖੇ ਹੋਇਆ। ਉਸ ਦੀ ਇੱਕ ਵੱਡੀ ਭੈਣ ਤੇ ਇੱਕ ਵੱਡਾ ਭਰਾ ਸੀ। ਵੱਡਾ ਭਰਾ ਜੈ ਸੀ ਜੋ ਕਿ ਉਸ ਤੋਂ ਕਿੰਨੇ ਸਾਲ ਵੱਡਾ? ਯਸ ਬੇਟੇ, 4 ਸਾਲ ਵੱਡਾ ਸੀ। ਤੇ ਭੈਣ ਦੀਨਾ ਉਸ ਤੋਂ 3 ਸਾਲ ਵੱਡੀ ਸੀ। ਸੁਨੀਤਾ ਆਪਣੇ ਸਾਰੇ ਪਰਿਵਾਰ ਵਿੱਚ ਸਭ ਤੋਂ ਲਾਡਲੀ ਸੀ। ਇੱਥੋਂ ਤੱਕ ਰਹਿਣਾ। ਨੈਕਸਟ ਕੁਐਸਚਨ, ਸੁਨੀਤਾ ਵਿਲੀਅਮ ਦਾ ਬਚਪਨ। ਅਗਲਾ ਸਟੈਪ,
ਇਹ ਸਟੈਪ ਬਾਈ ਸਟੈਪ ਹੁੰਦੇ ਆ। ਜੀਵਨੀ ਜਦੋਂ ਕਿਸੇ ਦੀ ਪੜ੍ਹਦੇ ਆ ਨਾ, ਉਹਦੇ ਕੁਐਸਚਨ ਆਨਸਰ ਵੀ ਸਟੈਪ ਬਾਈ ਸਟੈਪ। ਜਨਮ, ਬਚਪਨ, ਬਚਪਨ ਤੋਂ ਬਾਅਦ ਉਹਦੀ ਐਜੂਕੇਸ਼ਨ, ਐਜੂਕੇਸ਼ਨ ਤੋਂ ਬਾਅਦ ਉਹਦੀਆਂ ਅਚੀਵਮੈਂਟ, ਉਹਦੀ ਕੰਟਰੀਬਿਊਸ਼ਨ, ਠੀਕ ਹੈ। ਅੱਗੇ ਤੋਂ ਜੇ ਉਹ ਜ਼ਿੰਦਗੀ ਦੇ ਵਿੱਚ ਅੱਗੇ ਲਗਾਤਾਰ ਖੋਜਾਂ ਕਰੇ ਤਾਂ ਅੱਗੋਂ ਤੋਂ ਕੀ ਆਸ ਹੈ ਉਹਦੇ ਤੋਂ। ਯੈਸ ਬੇਟੇ, ਨੈਕਸਟ ਕੁਐਸਚਨ ਦਾ ਆਂਸਰ ਬਚਪਨ। ਅਨਮੋਲ, ਹਾਂਜੀ ਬੇਟੇ ਅਨਮੋਲ। ਸੁਨੀਤਾ ਸਾਰੇ ਪਰਿਵਾਰ ਦੀ ਲਾਡਲੀ ਸੀ। ਸੁਨੀਤਾ ਦੇ ਜਨਮ ਤੋਂ ਸਾਲ ਕੁ ਪਹਿਲਾਂ ਉਸਦੇ ਪਿਤਾ ਨੇ ਅਮਰੀਕਾ ਦੀ ਨਾਗਰਿਕਤਾ ਲੈ ਲਈ ਸੀ। ਸੁਨੀਤਾ ਅਜੇ ਸਾਲ ਕੁ ਦੀ ਸੀ ਕਿ ਉਸਦੇ ਮਾਤਾ ਪਿਤਾ ਤੇ ਸਾਰਾ ਪਰਿਵਾਰ ਬੋਸਟਨ ਆ ਗਿਆ। ਸੁਨੀਤਾ ਦਾ ਪਾਲਣ ਪੋਸ਼ਣ ਇਸੇ ਇਲਾਕੇ ਵਿੱਚ ਹੋਇਆ। ਇੱਥੇ ਹੀ ਉਸਦੀ ਪੜ੍ਹਾਈ ਲਿਖਾਈ ਹੋਈ। ਸੁਨੀਤਾ ਦੇ ਪਿਤਾ ਪੜ੍ਹਨ ਲਿਖਣ ਸੁਨੀਤਾ ਲਿਖਣ, ਸੈਰ ਸਪਾਟੇ ਦੇ ਸੰਗੀਤ ਦੇ ਸ਼ੌਕੀਨ ਸਨ। ਵੈਰੀ ਗੁੱਡ। ਸੁਨੀਤਾ ਦੇ ਵੱਡੇ ਭੈਣ ਭਰਾ ਵੀ ਤੈਰਾਕੀ ਤੇ ਐਥਲੈਟਿਕਸ ਵਿੱਚ ਵਿਸ਼ੇਸ਼ ਰੁਚੀ ਲੈਂਦੇ ਸਨ। ਇਸ ਕਿਸਮ ਦੇ ਮਾਹੌਲ ਵਿੱਚ ਵੱਡੀ ਹੋਣ ਵਾਲੀ ਸੁਨੀਤਾ ਪੜ੍ਹਾਈ ਦੇ ਨਾਲ ਸੰਗੀਤ, ਤੈਰਾਕੀ, ਹਾਈਕਿੰਗ, ਟਰੈਕਿੰਗ ਅਤੇ ਖੇਡਾਂ ਵਿੱਚ ਵਿਸ਼ੇਸ਼ ਰੁਚੀ ਲੈਂਦੀ ਰਹੀ। ਵੈਰੀ ਗੁੱਡ। ਸੁਨੀਤਾ ਪਲਾਟ ਦੀ ਪਰੀ ਸੁਨੀਤਾ ਵਿਲੀਅਮਸ ਦਾ ਜਨਮ ਕਿੱਥੇ ਹੋਇਆ? ਯੂਕਲਿਡ ਵਿਖੇ ਹੋਇਆ। ਜਦੋਂ ਉਹ ਕਿੰਨੇ ਸਾਲ ਦੀ ਸੀ? ਸਿਰਫ ਕਿੰਨੇ ਸਾਲ ਦੀ ਸੀ? ਕਿ ਜਦੋਂ ਅਜੇ ਸਾਲ ਕੁ ਦੀ ਸੀ, ਸਾਲ ਦੀ ਸੀ, ਕਿੰਨੇ ਸਾਲ ਵੀ ਨਹੀਂ, ਸਾਲ ਕੁ ਦੀ ਸੀ ਕਿ ਉਸਦਾ ਪਰਿਵਾਰ ਬੋਸਟਨ ਰਹਿਣ ਆ ਗਿਆ। ਸੁਨੀਤਾ ਦਾ ਪਾਲਣ ਪੋਸ਼ਣ, ਉਸਦੀ ਪੜ੍ਹਾਈ ਲਿਖਾਈ ਇੱਥੇ ਹੀ ਰਹਿੰਦਿਆਂ ਹੋਈ ਹੈ। ਸੁਨੀਤਾ ਪੜ੍ਹਾਈ ਦੇ ਨਾਲ ਨਾਲ ਸੈਰ ਸਪਾਟੇ, ਸੰਗੀਤ, ਤੈਰਾਕੀ, ਹਾਈਕਿੰਗ, ਟਰੈਕਿੰਗ ਤੇ ਖੇਡਾਂ ਵਿੱਚ ਵਿਸ਼ੇਸ਼ ਰੁਚੀ ਲੈਂਦੀ। ਉਸਨੇ ਬਹੁਤ ਸਾਰੀਆਂ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲਿਆ। ਜਦੋਂ ਉਹਨੇ ਤੈਰਾਕੀ ਮੁਕਾਬਲੇ ਵਿੱਚ ਹਿੱਸਾ ਲਿਆ ਨਾ ਤੇ 5 ਮੈਡਲ ਜਿੱਤੇ, ਪਰ ਆਪਣੀ ਪ੍ਰਾਪਤੀ ਦਾ ਕਦੀ ਵੀ ਰੋਲਾ ਨਹੀਂ ਸੀ, ਪਰ ਬਹੁਤ ਜ਼ਿਆਦਾ ਨਿਮਰ ਸੁਭਾਅ ਵਾਲੀ ਸੀ। ਅਜਿਹਾ ਨਿਮਰ ਸੁਭਾਅ ਕਿ ਆਪਣੀਆਂ ਪ੍ਰਾਪਤੀਆਂ ਦਾ ਕਦੀ ਰੋਲਾ ਨਹੀਂ ਸੀ ਪਾਉਂਦੀ। ਨੈਕਸਟ ਕੁਐਸਚਨ, ਸੁਨੀਤਾ ਨੇ ਵਿਦਿਆ ਕਿੱਥੋਂ ਕਿੱਥੋਂ ਤੱਕ ਪ੍ਰਾਪਤ ਕੀਤੀ? ਕਿੱਥੇ ਤੇ ਕਿੱਥੋਂ ਤੱਕ ਪ੍ਰਾਪਤ ਕੀਤੀ? ਅਰਸ਼ੀਆ, ਕਿੱਥੇ ਤੇ ਕਿੱਥੋਂ ਤੱਕ ਪ੍ਰਾਪਤ ਕੀਤੀ? ਅਰਸ਼ੀਆ, ਯਸ ਬੇਟੇ, ਕਿੱਥੇ ਤੇ ਕਿੱਥੋਂ ਤੱਕ ਪ੍ਰਾਪਤ ਕੀਤੀ? ਸੁਨੀਤਾ ਨੇ ਬੋਸਟਨ ਵਿੱਚ ਹੀ ਨਿਦਮ ਹਾਈ ਸਕੂਲ ਤੋਂ 12ਵੀਂ ਜਮਾਤ ਪਾਸ ਕੀਤੀ। ਉਹਨਾਂ ਨੇ ਹਿਸਾਬ ਤੇ ਸਾਇੰਸ ਵਿੱਚ ਚੰਗੇ ਨੰਬਰ ਲੈ ਕੇ ਉਹ ਆਪਣੀ ਜਮਾਤ ਦੀ ਚੋਟੀ ਦੇ ਬੱਚਿਆਂ ਵਿੱਚੋਂ ਇੱਕ ਸਨ। 1983 ਵਿੱਚ ਉਹ ਅਮਰੀਕਾ ਨੇਵਲ ਅਕੈਡਮੀ ਵਿੱਚ ਦਾਖਲ ਹੋ ਗਏ ਤੇ ਇੱਥੋਂ ਹੀ ਉਹਨਾਂ ਨੇ BMSc ਪਾਸ ਕੀਤੀ ਤੇ ਨੇਵੀ ਵਿੱਚ BSc 1987 ਦੇ ਵਿੱਚ 1987 ਵਿੱਚ ਉਹਨਾਂ ਨੇ ਤੇ ਉਹ ਨੇਵੀ ਵਿੱਚ ਭਰਤੀ ਹੋ ਗਏ। ਇੱਥੇ ਹੀ ਉਹ ਜਦ ਹੈਲੀਕਾਪਟਰ ਚਲਾਉਣਾ ਸਿੱਖ ਰਹੇ ਸਨ ਤਾਂ ਇਸ ਦੌਰਾਨ ਹੀ ਉਹਨਾਂ ਨੇ MSc ਵੀ ਪਾਸ ਕਰ ਲਈ ਤੇ ਉਹ ਹੈਲੀਕਾਪਟਰ ਇੰਸਟ੍ਰਕਟਰ ਬਣ ਗਏ। ਵੈਰੀ ਗੁੱਡ, ਵੈਰੀ ਗੁੱਡ, ਐਗਜ਼ੈਕਟਲੀ। ਸੁਨੀਤਾ ਨੇ ਆਪਣੀ ਵਿਦਿਆ ਪੜ੍ਹਾਈ ਲਿਖਾਈ ਬੋਸਟਨ ਵਿੱਚ ਰਹਿੰਦਿਆਂ ਪੂਰੀ ਕੀਤੀ ਹੈ। ਬੋਸਟਨ ਤੋਂ ਹੀ ਪ੍ਰਾਪਤ ਕੀਤੀ। ਉਸਨੇ ਨਿਦਮ ਸਕੂਲ ਤੋਂ 12ਵੀਂ ਦੀ ਜਮਾਤ ਪਾਸ ਕੀਤੀ। ਉਸਨੇ ਸਾਇੰਸ ਦੇ ਹਿਸਾਬ ਵਿੱਚ ਚੰਗੇ ਨੰਬਰ ਲੈ ਲਏ ਤੇ 1983 ਵਿੱਚ ਉਹ ਅਮਰੀਕੀ ਨੈਵਲ ਅਕੈਡਮੀ ਵਿੱਚ ਦਾਖਲ ਹੋ ਗਈ। ਉੱਥੇ 1987 ਵਿੱਚ ਉਸਨੇ BSc ਦੀ ਡਿਗਰੀ ਹਾਸਲ ਕੀਤੀ ਤੇ ਨੇਵੀ 'ਚ ਭਰਤੀ ਹੋ ਗਈ। ਨੇਵੀ 'ਚ ਭਰਤੀ ਦੇ ਦੌਰਾਨ ਉਸਨੇ ਹੈਲੀਕਾਪਟਰ ਉਡਾਉਣ ਦੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਉਸਨੇ MSc ਪਾਸ ਕਰ ਲਈ, ਮਾਸਟਰ ਆਫ ਸਾਇੰਸ। BSc ਦਾ ਮਤਲਬ ਹੁੰਦਾ ਬੈਚਲਰ ਆਫ ਸਾਇੰਸ। MSc ਪਾਸ ਕਰਕੇ ਉਹ ਕੀ ਬਣ ਗਈ? ਕਿਉਂਕਿ ਉਹਨੇ ਹੈਲੀਕਾਪਟਰ ਦੀ ਟ੍ਰੇਨਿੰਗ ਤਾਂ ਨਾਲ ਨਾਲ ਲੈ ਲਈ ਤੇ ਹੈਲੀਕਾਪਟਰ ਇੰਸਟ੍ਰਕਟਰ ਬਣ ਗਈ। ਨੈਕਸਟ ਕੁਐਸਚਨ ਇਜ਼, ਸੁਨੀਤਾ ਵਿਲੀਅਮਸ ਨੂੰ ਪੁਲਾੜ ਯਾਤਰਾ ਦੀ ਟ੍ਰੇਨਿੰਗ ਲਈ ਕਿਵੇਂ ਤੇ ਕਦੋਂ ਚੁਣਿਆ ਗਿਆ? ਯਸ ਬੇਟੇ, ਇਹ ਕੁਐਸਚਨ ਡਿਸਕਸ ਕਰਦੇ ਹਾਂ, ਫਿਰ ਬਾਕੀ 2 ਕੁਐਸਚਨਸ ਆਪਾਂ ਨੈਕਸਟ ਕਲਾਸ 'ਚ ਕਰਾਂਗੇ। ਯਸ ਬੇਟੇ ਬੋਲੋ, ਯਾਤਰਾ ਦੀ ਟ੍ਰੇਨਿੰਗ ਲਈ ਕਦੋਂ ਤੇ ਕਿਵੇਂ ਚੁਣਿਆ ਗਿਆ? ਹਾਂਜੀ ਗੁਨੀਤ। ਜੀਵਨੀ ਦੇ ਕੁਐਸਚਨ ਆਨਸਰ ਕਰਨੇ ਕੋਈ ਮੁਸ਼ਕਿਲ ਨਹੀਂ ਹੈ। 1995 ਈਸਵੀ ਵਿੱਚ ਉਹ 1995 ਨੂੰ ਪੰਜਾਬੀ ਚ ਕਵਾਂਗੇ 1995 ਵਿੱਚ ਸੁਨੀਤਾ ਵਿਲੀਅਮਸ ਕਿੱਥੇ ਗਈ ਹੈ? ਨਾਸਾ ਗਈ ਹੈ। ਹਾਂਜੀ
ਹੈਲੀਕਾਪਟਰ ਲੈ ਕੇ ਅਮਰੀਕੀ ਪੁਲਾੜ ਕੇਂਦਰ ਨੈਸ਼ਨਲ ਔਰਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਨਾਸਾ ਗਈ, ਜਿੱਥੇ ਉਸਨੇ ਜਾਨ ਯੰਗ ਨਾਂ ਦੇ ਪੁਲਾੜ ਯਾਤਰੀ ਦਾ ਭਾਸ਼ਣ ਸੁਣਿਆ। हाँ यस ਉਸਨੇ ਪੁਲਾੜ ਯਾਤਰੀ ਦੀ ਟ੍ਰੇਨਿੰਗ ਵਾਸਤੇ ਉਸਨੂੰ ਹੈਲੀਕਾਪਟਰ ਚਲਾਉਣਾ ਸਿੱਖਣਾ ਪਿਆ ਸੀ। ਇਸ ਕਰਕੇ ਸੁਨੀਤਾ ਦੇ ਮਨ 'ਚ ਵੀ ਖਿਆਲ ਆਇਆ ਕਿ ਉਹ ਹੈਲੀਕਾਪਟਰ ਚਲਾਉਣ ਦੀ ਮਾਹਿਰ ਹੈ ਤੇ ਉਹ ਪੁਲਾੜ ਵਿੱਚ ਕਿਉਂ ਨਹੀਂ ਉੱਡ ਸਕਦੀ। ਫਿਰ ਉਸਨੇ ਸਾਨੂੰ ਅਰਜ਼ੀ ਭੇਜ ਦਿੱਤੀ। ਪਹਿਲੀ ਵਾਰ ਤਾਂ ਨਹੀਂ, ਪਰ ਦੂਜੀ ਵਾਰ 1998 ਈਸਵੀ ਵਿੱਚ ਨਾਸਾ ਨੇ ਉਸਨੂੰ ਪੁਲਾੜ ਵਿੱਚ ਭੇਜੇ ਜਾਣ ਲਈ ਟ੍ਰੇਨਿੰਗ ਵਾਸਤੇ ਚੁਣ ਲਿਆ। वेरी 8 गुड ਸਾਲ ਦੀ ਯੈਸ ਬੇਟੇ ਸੁਨੀਤਾ ਵਿਲੀਅਮਸ 1995 ਵਿੱਚ ਨਾਸਾ ਗਈ। ਉੱਥੇ ਉਸਨੇ ਪੁਲਾੜ ਯਾਤਰੀ ਜਾਨ ਯੰਗ ਦਾ ਭਾਸ਼ਣ ਸੁਣਿਆ। ਕੋਈ ਮੋਟੀਵੇਸ਼ਨਲ ਪਰਸਨੈਲਿਟੀ ਮਿਲ ਜਾਏ ਨਾ ਤੇ ਉਹਦੇ ਤੋਂ ਇਹੋ ਜਿਹਾ ਇਨੀਸ਼ੀਏਟਿਵ ਮਿਲਦਾ, ਇਹੋ ਜਿਹੀ ਮੋਟੀਵੇਸ਼ਨ ਮਿਲਦੀ ਹੈ ਕਿ ਆਪਾਂ ਜ਼ਿੰਦਗੀ ਵਿੱਚ ਆਪਣੇ ਮਕਸਦ ਵਿੱਚ ਕਾਮਯਾਬ ਹੁੰਦੇ ਹਾਂ। ਉਹ ਜਾਨ ਯੰਗ ਦਾ ਭਾਸ਼ਣ ਸੁਣ ਕੇ ਸੁਨੀਤਾ ਦੇ ਵਿੱਚ ਕਿਹੜਾ ਜਜ਼ਬਾ ਪੈਦਾ ਹੋਇਆ? ਪੁਲਾੜ ਵਿੱਚ ਜਾ ਕੇ ਪੁਲਾੜ ਵਿੱਚ ਉੱਡਣ ਦਾ ਜਜ਼ਬਾ ਪੈਦਾ ਹੋਇਆ ਕਿ ਉਸਨੇ ਅੰਬਰਾਂ ਦੀ ਉਡਾਰੀ ਮਾਰਨੀ ਹੈ, ਪੁਲਾੜ ਦੇ ਅੰਬਰਾਂ ਦੀ ਉਡਾਰੀ ਮਾਰਨੀ ਹੈ। ਜਿਸ ਕਰਕੇ ਨਾਸਾ ਨੂੰ ਨੇ ਅਰਜ਼ੀ ਭੇਜ ਦਿੱਤੀ। ਪਹਿਲੀ ਵਾਰੀ ਨਹੀਂ, ਦੂਜੀ ਵਾਰ ਹੀ ਉਸਨੂੰ 1998 ਵਿੱਚ ਪੁਲਾੜ ਵਿੱਚ ਭੇਜੇ ਜਾਣ ਲਈ ਟ੍ਰੇਨਿੰਗ ਵਾਸਤੇ ਚੁਣ ਲਿਆ ਗਿਆ। 8 ਸਾਲ ਦੀ ਟ੍ਰੇਨਿੰਗ ਤੋਂ ਬਾਅਦ ਉਹ 7 ਮੈਂਬਰੀ ਕਮੇਟੀ ਦੇ ਨਾਲ 7 ਮੈਂਬਰੀ ਟੀਮ ਦੇ ਨਾਲ 9 ਦਸੰਬਰ 2006 ਵਿੱਚ ਡਿਸਕਵਰੀ ਪੁਲਾੜ ਰਾਹੀਂ ਉਹ ਪੁਲਾੜ ਵਿੱਚ ਪਹੁੰਚ ਗਈ। ਕਲੀਅਰ ਹੈ ਬੇਟੇ? ਹੋ ਗਿਆ ਬੱਚੇ ਕਲੀਅਰ? ਨੈਕਸਟ ਕੁਐਸਚਨ ਹੈ, ਸੁਨੀਤਾ ਵਿਲੀਅਮਸ ਨੇ ਪੁਲਾੜੀ ਸਟੇਸ਼ਨ ਦੀ ਸਾਂਭ ਸੰਭਾਲ ਤੇ ਤਜਰਬਿਆਂ ਦੇ ਖੇਤਰ ਵਿੱਚ ਕੀ ਕੰਮ ਕੀਤਾ? ਇਹ ਕੁਐਸਚਨ ਤੇ ਲਾਸਟ ਕੁਐਸਚਨ, ਉਹ ਧਰਤੀ ਤੇ ਕਦੋਂ ਵਾਪਸ ਆਈ? ਭਾਰਤ ਸਰਕਾਰ ਨੇ ਇਸ ਨੂੰ ਕਿਹੜੇ ਸਨਮਾਨ ਦਿੱਤੇ, ਕਿਹੜੇ ਪੁਰਸਕਾਰ ਨਾਲ ਉਹ ਸਨਮਾਨਿਤ ਕੀਤੀ ਗਈ? ਇਹ ਦੋਨੋਂ ਕੁਐਸਚਨ ਤੁਸੀਂ ਅੱਛੀ ਤਰ੍ਹਾਂ ਫਰੇਮ ਕਰਕੇ ਰਫ ਕਾਪੀ ਤੇ ਲਿਖਣਾ ਔਰ ਆਪਾਂ ਨੈਕਸਟ ਕਲਾਸ ਵਿੱਚ ਡਿਸਕਸ ਕਰਾਂਗੇ। ਹੁਣ ਇਸ ਤੋਂ ਪਹਿਲਾਂ ਥੋੜੇ ਜਿਹੇ 1 ਮਾਰਕ ਕੁਐਸਚਨਸ ਡਿਸਕਸ ਕਰ ਲਈਏ ਤੁਹਾਡੀ ਪਾਰਟਿਸਿਪੇਸ਼ਨ ਨਾਲ। 1 ਮਾਰਕ ਕੁਐਸਚਨ ਵੀ ਇਹਦੇ ਅਕੋਰਡਿੰਗ ਨੇ ਜੋ ਆਪਾਂ ਬੈਕ ਐਕਸਰਸਾਈਜ਼ ਕੁਐਸਚਨ ਕੀਤੇ ਕਿ ਉਹਨਾਂ ਦੇ ਪਿਤਾ ਮੂਲ ਰੂਪ ਵਿੱਚ ਕਿਹਦੇ ਨਾਲ ਸੰਬੰਧਿਤ ਸਨ? ਮੂਲ ਰੂਪ ਵਿੱਚ ਕਿੱਥੇ ਦੇ ਸੰਬੰਧ ਰੱਖਦੇ ਸਨ? ਯੈਸ ਬੇਟੇ, ਭਾਰਤ ਨਾਲ ਸੰਬੰਧ ਰੱਖਦੇ ਸਨ। ਕਿੱਥੋਂ ਸੰਬੰਧ ਰੱਖਦੇ ਸਨ? ਭਾਰਤ ਨਾਲ। ਮੂਲ ਰੂਪ ਵਿੱਚ ਉਹ ਭਾਰਤੀ ਸਨ ਕਿਉਂਕਿ ਉਹਨੇ ਸੂਰਤ ਤੋਂ MBBS ਦੀ ਡਿਗਰੀ ਹਾਸਲ ਕੀਤੀ। ਹੁਣ ਅਗਲਾ ਕੁਐਸਚਨ ਇਹ ਬਣ ਜਾਣਾ, MBBS ਕਿੱਥੋਂ ਪ੍ਰਾਪਤ ਕੀਤੀ? ਸੂਰਤ ਤੋਂ। ਪਿਤਾ ਜੀ ਕੰਮ ਕੀ ਕਰਦੇ ਸਨ? ਉਹਨਾਂ ਦੇ ਡਾਕਟਰ ਸਨ। ਪਿਤਾ ਜੀ ਕੀ ਸਨ ਬੇਟੇ? ਡਾਕਟਰ। ਕਿੰਨੇ ਭੈਣ ਭਰਾ ਸਨ? ਸੁਨੀਤਾ ਦੇ ਹੋਰ ਕਿੰਨੇ ਭੈਣ ਭਰਾ ਸਨ? 2, ਇੱਕ ਵੱਡੀ ਭੈਣ, ਇੱਕ ਵੱਡਾ ਭਰਾ। ਵੱਡਾ ਭਰਾ 4 ਸਾਲ ਵੱਡਾ ਜੈ, ਔਰ ਛੋਟੀ ਇੱਕ ਵੱਡੀ ਭੈਣ ਦੀਨਾ 3 ਸਾਲ ਵੱਡੀ। ਸੁਨੀਤਾ ਦੇ ਪਿਤਾ ਨੂੰ ਕਿੱਥੋਂ ਦੀ ਨਾਗਰਿਕਤਾ ਮਿਲੀ ਸੀ? ਅਮਰੀਕਾ ਦੀ ਨਾਗਰਿਕਤਾ। ਇਹ ਸਾਰੇ ਛੋਟੇ ਕੁਐਸਚਨ ਕਰਨੇ ਆ 1 ਮਾਰਕ। ਸੁਨੀਤਾ ਦਾ ਪਰਿਵਾਰ ਫਿਰ ਕਿੱਥੇ ਆ ਗਿਆ ਸੀ? ਬੋਸਟਨ ਵਿੱਚ ਆ ਗਿਆ ਸੀ, ਜਿੱਥੇ ਸੁਨੀਤਾ ਦੀ ਪੜ੍ਹਾਈ ਲਿਖਾਈ ਦਾ ਕੰਮ ਕੰਪਲੀਟ ਹੋਇਆ। ਸੁਨੀਤਾ ਦੇ ਪਿਤਾ ਨੂੰ ਕਿਹਦਾ ਸ਼ੌਂਕ ਸੀ? ਪੜ੍ਹਨ ਲਿਖਣ ਦਾ, ਸੈਰ ਸਪਾਟੇ ਦਾ ਤੇ ਸੰਗੀਤ ਦਾ। ਛੁੱਟੀ ਵਾਲੇ ਦਿਨ ਸੁਨੀਤਾ ਦਾ ਪਰਿਵਾਰ ਕਿੱਥੇ ਜਾਂਦਾ ਸੀ? ਸੈਰ ਸਪਾਟੇ ਲਈ ਜਾਂਦਾ ਸੀ। 11 ਸਾਲ ਦੀ ਉਮਰ ਵਿੱਚ ਸੁਨੀਤਾ ਨੇ ਕਿੱਥੇ ਹਿੱਸਾ ਲਿਆ ਸੀ? ਬੋਸਟਨ ਦੀ ਮੈਰਾਥਨ ਤੈਰਾਕੀ ਦੌੜ ਵਿੱਚ ਹਿੱਸਾ ਲਿਆ ਸੀ, ਮੁਕਾਬਲੇ ਵਿੱਚ ਹਿੱਸਾ ਲਿਆ ਸੀ, ਜਿੱਥੇ ਉਸਨੇ ਕਿੰਨੇ ਮੈਡਲ ਜਿੱਤੇ ਸਨ? 5 ਮੈਡਲ। ਔਰ ਉਹਦੀ ਖਾਸੀਅਤ ਕੀ ਸੀ? 5 ਮੈਡਲ ਜਿੱਤਣ ਤੋਂ ਬਾਅਦ ਵੀ ਉਸਨੇ ਰੋਲਾ ਨਹੀਂ ਸੀ ਪਾਇਆ। ਇੱਥੋਂ ਉਸਦੇ ਕਿਹੜੇ ਸੁਭਾਅ ਦਾ ਪਤਾ ਚੱਲਦਾ? ਨਿਮਰ ਸੁਭਾਅ ਦਾ। ਉਸਦਾ ਸੁਭਾਅ ਕਿਹੋ ਜਿਹਾ ਸੀ? 1 ਮਾਰਕ ਕੁਐਸਚਨ, ਬਹੁਤ ਹੀ ਚੰਗਾ ਤੇ ਨਿਮਰਤਾ ਵਾਲੀ ਸੀ। ਕਲੀਅਰ ਹੈ ਬੇਟੇ? ਇਹ ਸਾਰੇ ਕੁਐਸਚਨ 1 ਮਾਰਕ ਕੁਐਸਚਨ ਤੁਸੀਂ ਨੋਟਬੁੱਕ ਤੇ ਕਰਨੇ ਆ। ਜਿੰਨੇ ਆਪਾਂ ਬੈਕ ਐਕਸਰਸਾਈਜ਼ ਕੁਐਸਚਨ ਡਿਸਕਸ ਕੀਤੇ ਉਹ ਤੁਸੀਂ ਨੋਟਬੁੱਕ ਤੇ ਕਰ ਲੈਣਾ ਬੇਟੇ। ਠੀਕ ਹੈ ਬੱਚੇ? ਔਰ ਆਪਣੀਆਂ ਨੋਟਬੁੱਕਸ ਕੰਪਲੀਟ ਕਰਕੇ ਟਾਈਮਲੀ ਸੈਂਡ ਕਰਿਆ ਕਰੋ। ਔਰ ਜਿਨ੍ਹਾਂ ਬੱਚਿਆਂ ਨੇ ਹੌਲੀਡੇਜ਼ ਹੋਮਵਰਕ ਨਹੀਂ ਸੈਂਡ ਕੀਤਾ ਉਹ ਵੀ ਆਪਣਾ ਸੈਂਡ ਕਰ ਦੇਣਾ। ਔਰ ਲੋਰੀ ਪਾਰਟਿਸਿਪੇਸ਼ਨ ਜਿਨ੍ਹਾਂ ਬੱਚਿਆਂ ਦੀ ਨਹੀਂ ਹੋਈ, ਲੋਰੀ ਲਈ ਆਪਣੇ ਆਪ ਨੂੰ ਰਜਿਸਟਰਡ ਕਰੋ ਔਰ ਆਪਣਾ ਸਰਟੀਫਿਕੇਟ ਗਰੁੱਪ 'ਚ ਭੇਜੋ ਬੇਟੇ। ਥੈਂਕ ਯੂ ਸੋ ਮਚ।